ਮੇਰੇ ਛੋਟੇ-ਛੋਟੇ ਬੱਚੇ ਸਨ, ਮੈਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ, ਇਸ ਲਈ ਮੈਂ ਮਜਬੂਰ ਹੋ ਕੇ ਮਰਦ ਦਾ ਭੇਸ ਬਦਲ ਕੇ ਡਰਾਈਵਰ ਦੀ ਨੌਕਰੀ ਕਰਨ ਲੱਗੀ। ਮੇਰਾ ਮਾਲਕ ਬਹੁਤ ਚੰਗਾ ਸੀ, ਰੋਜ਼ ਮੇਰੇ ਨਾਲ ਰਸਤੇ ਭਰ ਗੱਲਾਂ ਕਰਦਾ। ਉਸਨੇ ਇੱਕ ਦਿਨ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਉਹ ਇੱਕ ਕੁੜੀ ਨੂੰ ਪਿਆਰ ਕਰਦੇ ਹਨ। ਮੈਂ ਕਿਹਾ, ਇਹ ਤਾਂ ਬਹੁਤ ਚੰਗੀ ਗੱਲ ਹੈ। ਉਹਨਾਂ ਨੇ ਮੈਨੂੰ ਉਸ ਕੁੜੀ ਦੀ ਤਸਵੀਰ ਦਿਖਾਈ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਉਹ ਤਾਂ ਮੇਰੀ ਹੀ ਤਸਵੀਰ ਸੀ। ਮੇਰਾ ਨਾਮ ਸੁਮਨ ਹੈ। ਮੈਂ ਆਪਣੇ ਮਾਂ-ਪਿਓ ਦੀ ਇਕਲੌਤੀ ਧੀ ਸੀ। ਮੈਨੂੰ ਪੜ੍ਹਨ ਲਿਖਣ ਦਾ ਕੋਈ ਸ਼ੌਂਕ ਨਹੀਂ ਸੀ, ਇਸ ਲਈ ਮੈਂ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਮੈਂ ਇੱਕ ਖਾਂਦੇ-ਪੀਂਦੇ ਘਰ ਦੀ ਕੁੜੀ ਸੀ। ਮੈਨੂੰ ਡਰਾਈਵਿੰਗ ਦਾ ਬਹੁਤ ਸ਼ੌਂਕ ਸੀ, ਇਸ ਲਈ ਮੈਂ ਪਾਪਾ ਤੋਂ ਗੱਡੀ ਚਲਾਉਣਾ ਸਿੱਖ ਲਈ ਸੀ। ਮੇਰਾ ਸਮਾਂ ਇਸੇ ਤਰ੍ਹਾਂ ਗੁਜ਼ਰ ਰਿਹਾ ਸੀ। ਇਸੇ ਦੌਰਾਨ ਮੈਨੂੰ ਮੇਰੀ ਸਹੇਲੀ ਨੇ ਆਪਣੇ ਵਿਆਹ 'ਤੇ ਬੁਲਾਇਆ। ਮੈਨੂੰ ਵਾਪਸ ਆਉਂਦੇ ਹੋਏ ਰਾਤ ਹੋ ਗਈ। ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਆ ਕੇ ਮੇਰੇ ਕੋਲ ਰੁਕੀ। ਕਿਸੇ ਨੇ ਮੇਰੇ ਮੂੰਹ 'ਤੇ ਕੱਪੜਾ ਰੱਖਿਆ ਅਤੇ ਮੈਂ ਬੇਹੋਸ਼ ਹੋ ਗਈ। ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਆਪ ਨੂੰ ਇੱਕ ਤਹਿਖਾਨੇ ਵਿੱਚ ਪਾਇਆ। ਇੱਥੇ ਪਹਿਲਾਂ ਹੀ ਕੁਝ ਕੁੜੀਆਂ ਮੌਜੂਦ ਸਨ। ਇਹ ਇੱਕ ਵੱਡਾ ਜਿਹਾ ਕਮਰਾ ਸੀ। ਮੈਨੂੰ ਸਮਝਣ ਵਿੱਚ ਜ਼ਿਆਦਾ ਦੇਰ ਨਾ ਲੱਗੀ ਕਿ ਇਹ ਇੱਕ ਕੈਦਖਾਨਾ ਹੈ। ਇੱਥੇ ਛੋਟੇ-ਛੋਟੇ ਬੱਚੇ ਵੀ ਕੈਦ ਸਨ, ਜਵਾਨ ਕੁੜੀਆਂ ਵੀ ਸਨ ਜਿਨ੍ਹਾਂ ਨੂੰ ਕਲੱਬ ਵਿੱਚ ਡਾਂਸ ਕਰਵਾਇਆ ਜਾਂਦਾ ਸੀ ਅਤੇ ਕੁਝ ਨੂੰ ਕੋਠੇ ਉੱਤੇ ਵੇਚਿਆ ਜਾਂਦਾ ਸੀ। ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਸੀ। ਮੈਂ ਡਰ ਦੇ ਮਾਰੇ ਕੰਬ ਰਹੀ ਸੀ। ਮੈਨੂੰ ਆਪਣੇ ਮੰਮੀ-ਪਾਪਾ ਦੀ ਫਿਕਰ ਹੋ ਰਹੀ ਸੀ। ਮੇਰੇ ਬਿਨਾਂ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੋਵੇਗਾ। ਬੱਚੇ ਵੀ ਰੋ ਰਹੇ ਸਨ। ਫਿਰ ਕੁਝ ਲੋਕ ਆ ਕੇ ਸਾਨੂੰ ਭੇਡ-ਬੱਕਰੀਆਂ ਦੀ ਤਰ੍ਹਾਂ ਮਾਰਨ ਲੱਗੇ। ਇਸ ਹਨੇਰੇ ਕਮਰੇ ਵਿੱਚ ਪਤਾ ਹੀ ਨਹੀਂ ਚੱਲਦਾ ਸੀ ਕਿ ਕਦੋਂ ਦਿਨ ਹੋਇਆ ਅਤੇ ਕਦੋਂ ਰਾਤ। ਸੂਰਜ ਨੂੰ ਦੇਖੇ ਬਹੁਤ ਦਿਨ ਹੋ ਗਏ ਸਨ। ਇੱਥੇ ਮੌਜੂਦ ਕੁਝ ਲੋਕਾਂ ਤੋਂ ਡਰੱਗ ਸਪਲਾਈ ਦਾ ਕੰਮ ਵੀ ਕਰਵਾਇਆ ਜਾਂਦਾ ਸੀ। ਮੈਨੂੰ ਡਰ ਸੀ ਕਿ ਹੁਣ ਮੈਨੂੰ ਵੀ ਇਸ ਕੰਮ ਵਿੱਚ ਲਾਇਆ ਜਾਵੇਗਾ। ਹੁਣ ਇਹ ਲੋਕ ਉੱਥੇ ਮੌਜੂਦ ਲੋਕਾਂ ਨੂੰ ਨਸ਼ੇ ਦੇ ਆਦੀ ਬਣਾਉਣ ਲੱਗੇ ਸਨ। ਮੈਨੂੰ ਵੀ ਇਸੇ ਤਰ੍ਹਾਂ ਹੀ ਰੋਜ਼ ਨਸ਼ੇ ਦਾ ਇੰਜੈਕਸ਼ਨ ਦਿੱਤਾ ਜਾਂਦਾ ਸੀ। ਮੈਨੂੰ ਨਸ਼ੇ ਵਿੱਚ ਲੱਗਦਾ ਜਿਵੇਂ ਮੈਂ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਹੋਵਾਂ। ਨਸ਼ੇ ਵਿੱਚ ਹੀ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਉਸ ਨਾਲ ਸਾਂਝੀਆਂ ਕਰ ਦਿੰਦੀ, ਪਰ ਨਸ਼ੇ ਵਿੱਚ ਪਤਾ ਹੀ ਨਾ ਚੱਲਦਾ ਕਿ ਮੈਂ ਕਿਸ ਨਾਲ ਗੱਲ ਕਰ ਰਹੀ ਹੁੰਦੀ। ਉਹ ਮੈਨੂੰ ਇੱਥੋਂ ਬਾਹਰ ਕੱਢਣ ਦਾ ਵਾਅਦਾ ਵੀ ਕਰਦਾ ਸੀ, ਪਰ ਇਸ ਤੋਂ ਪਹਿਲਾਂ ਕਿ ਉਸ ਮੁੰਡੇ ਨੂੰ ਪੁਲਿਸ ਨੇ ਫੜ ਲਿਆ। ਕਹਿੰਦੇ ਹਨ ਕਿ ਬੁਰਾ ਵਕਤ ਵੀ ਗੁਜ਼ਰ ਜਾਂਦਾ ਹੈ, ਪਰ ਜਿਸ 'ਤੇ ਬੀਤਦੀ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਕਿਵੇਂ ਬੀਤਦਾ ਹੈ ਬੁਰਾ ਵਕਤ। ਇੱਕ ਦਿਨ ਸਾਡੀ ਨਿਗਰਾਨੀ 'ਤੇ ਜੋ ਆਦਮੀ ਰੱਖਿਆ ਸੀ, ਸ਼ਾਇਦ ਨਸ਼ੇ ਦੀ ਜ਼ਿਆਦਾ ਡੋਜ਼ ਕਰਕੇ ਚੱਕਰ ਖਾ ਕੇ ਡਿੱਗ ਪਿਆ। ਅਸੀਂ ਸਭ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਉੱਥੋਂ ਭੱਜ ਨਿਕਲੇ। ਉਸ ਦਿਨ ਪਤਾ ਚੱਲਿਆ ਕਿ ਆਜ਼ਾਦੀ ਕੀ ਹੁੰਦੀ ਹੈ। ਆਪਣੀ ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਅਸੀਂ ਅੰਨ੍ਹੇਵਾਹ ਭੱਜ ਰਹੇ ਸੀ, ਬਸ ਕੁਝ ਵੀ ਕਰਕੇ ਇੱਥੋਂ ਆਜ਼ਾਦ ਹੋਣਾ ਸੀ। ਭੱਜਦੇ-ਭੱਜਦੇ ਸਾਰੇ ਅੱਡੋ-ਅੱਡ ਹੋ ਗਏ। ਸੜਕ ਦੇ ਨਾਲ ਇੱਕ ਸੰਘਣਾ ਜੰਗਲ ਸੀ। ਮੈਂ ਇਸ ਜੰਗਲ ਵਿੱਚ ਵੜ ਗਈ। ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਉੱਥੋਂ ਨਿਕਲੀ। ਰਾਤ ਕਾਫੀ ਹੋ ਚੁੱਕੀ ਸੀ। ਸੜਕ 'ਤੇ ਆਉਂਦੀਆਂ-ਜਾਂਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਰਾਤ ਦੇ ਇਸ ਵਕਤ ਕੋਈ ਵੀ ਲਿਫਟ ਦੇਣ ਨੂੰ ਤਿਆਰ ਨਹੀਂ ਸੀ। ਮੈਂ ਪੈਦਲ ਹੀ ਚੱਲ ਪਈ। ਭੁੱਖ ਤੇ ਨਸ਼ੇ ਦੀ ਆਦਤ ਕਰਕੇ ਮੇਰਾ ਚੱਲਣਾ ਮੁਸ਼ਕਿਲ ਹੋ ਗਿਆ ਸੀ। ਕੁਝ ਦੂਰ ਜਾਣ ਤੋਂ ਬਾਅਦ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਜਦੋਂ ਅੱਖ ਖੁੱਲ੍ਹੀ ਤਾਂ ਮੈਂ ਹਸਪਤਾਲ ਵਿੱਚ ਸੀ। ਮੇਰੇ ਕੋਲ ਇੱਕ ਡਾਕਟਰ ਤੇ 2 ਪੁਲਿਸ ਵਾਲੇ ਖੜ੍ਹੇ ਸਨ। ਮੈਨੂੰ ਹੋਸ਼ ਆਉਂਦੇ ਹੀ ਪੁਲਿਸ ਵਾਲੇ ਮੈਥੋਂ ਪੁੱਛ ਪੜਤਾਲ ਕਰਨ ਲੱਗੇ। ਮੈਂ ਡਰ ਗਈ ਸੀ ਕਿ ਕਿਤੇ ਜਿਸ ਮੁਸੀਬਤ ਵਿੱਚੋਂ ਨਿਕਲੀ ਹਾਂ, ਵਾਪਸ ਉਸੇ ਵਿੱਚ ਨਾ ਫਸ ਜਾਵਾਂ। ਇਸ ਲਈ ਮੈਂ ਝੂਠ ਬੋਲਣਾ ਹੀ ਠੀਕ ਸਮਝਿਆ। ਉਹਨਾਂ ਨੇ ਮੈਨੂੰ ਮੇਰੇ ਘਰ ਦੇ ਪਤੇ 'ਤੇ ਛੱਡ ਦਿੱਤਾ। ਮੈਂ ਦੇਖਿਆ ਮੇਰੀ ਮਾਂ ਸਾਹਮਣੇ ਖੜ੍ਹੀ ਸੀ। ਮੈਨੂੰ ਦੇਖ ਕੇ ਉਹ ਚੀਖ ਉੱਠੀ, ਮੇਰੇ ਗਲੇ ਲੱਗ ਕੇ ਰੋਣ ਲੱਗੀ। ਪਤਾ ਚੱਲਿਆ ਕਿ ਮੇਰੇ ਅਗਵਾ ਹੋਣ ਤੋਂ ਬਾਅਦ ਲੋਕਾਂ ਨੇ ਮੇਰੇ ਮਾਂ-ਪਿਓ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡੀ ਕੁੜੀ ਬਦਚਲਨ ਸੀ, ਇਸ ਲਈ ਘਰੋਂ ਭੱਜ ਗਈ। ਮੇਰੇ ਪਾਪਾ ਇਹ ਸਭ ਬਰਦਾਸ਼ਤ ਨਾ ਕਰ ਪਾਏ। ਫਿਰ ਇੱਕ ਦਿਨ ਉਹ ਦੁਨੀਆ ਨੂੰ ਛੱਡ ਕੇ ਚਲੇ ਗਏ। ਸਾਰੇ ਆਪਣੀ ਸੋਚ ਮੁਤਾਬਕ ਦੂਜਿਆਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਮੇਰੇ ਘਰ ਆਉਂਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਮੈਨੂੰ ਸਵਾਲ ਕਰਨ ਲੱਗੇ ਕਿ ਤੂੰ ਕਿਸ ਨਾਲ ਭੱਜ ਕੇ ਗਈ ਸੀ? ਇੱਥੇ ਕੀ ਲੈਣ ਆਈ ਹੈ? ਆਪਣੇ ਮਾਂ-ਪਿਓ ਬਾਰੇ ਵੀ ਨਹੀਂ ਸੋਚਿਆ? ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਈ? ਤੇਰੇ ਕਰਕੇ ਤੇਰੇ ਪਿਓ ਦੀ ਮੌਤ ਹੋ ਗਈ। ਹੋਰ ਵੀ ਬਹੁਤ ਕੁਝ। ਮੈਂ ਆਪਣੀ ਸਫਾਈ ਦੇਣੀ ਚਾਹੀ, ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ। ਉਹ ਮੇਰੀ ਮਾਂ ਨੂੰ ਕਹਿਣ ਲੱਗੇ ਕਿ ਜੇ ਇਸ ਨੂੰ ਘਰ ਵਿੱਚ ਰੱਖਣਾ ਹੈ ਤਾਂ ਤੈਨੂੰ ਵੀ ਇੱਥੇ ਨਹੀਂ ਰਹਿਣ ਦਿੱਤਾ ਜਾਵੇਗਾ। ਮੇਰੀ ਮਾਂ ਵੀ ਸਮਝ ਗਈ ਸੀ ਕਿ ਇੱਥੇ ਕਿਸੇ ਨੇ ਆਰਾਮ ਨਾਲ ਨਹੀਂ ਰਹਿਣ ਦੇਣਾ। ਨਿੱਤ-ਨਿੱਤ ਦੇ ਤਾਨੇ ਜਿਉਣਾ ਹਰਾਮ ਕਰ ਦੇਣਗੇ। ਇਸ ਲਈ ਅਸੀਂ ਪਿੰਡ ਛੱਡ ਕੇ ਸ਼ਹਿਰ ਆ ਗਈਆਂ। ਸ਼ਹਿਰ ਵਿੱਚ ਮੇਰੀ ਮਾਂ ਦੀ ਇੱਕ ਪੁਰਾਣੀ ਸਹੇਲੀ ਦਾ ਘਰ ਸੀ। ਅਸੀਂ ਰਾਤ ਨੂੰ ਉਹਨਾਂ ਦੇ ਘਰ ਪਹੁੰਚੀਆਂ ਤਾਂ ਆਂਟੀ ਥੋੜ੍ਹਾ ਘਬਰਾ ਗਈ। ਉਸਨੇ ਸਾਨੂੰ ਅੰਦਰ ਬਿਠਾਇਆ। ਹਜੇ ਅਸੀਂ ਆਂਟੀ ਨੂੰ ਸਾਰੀ ਗੱਲ ਦੱਸ ਹੀ ਰਹੀਆਂ ਸੀ ਕਿ ਆਂਟੀ ਦਾ ਬੇਟਾ ਉੱਥੇ ਆ ਗਿਆ, ਜੋ ਕਿ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ। ਉਸ ਦੀ ਉਮਰ 22-23 ਸਾਲ ਦੀ ਸੀ। ਉਸ ਦਾ ਵਿਵਹਾਰ ਬੱਚਿਆਂ ਵਰਗਾ ਸੀ।
ਉਹ ਮੈਨੂੰ ਆਪਣੇ ਨਾਲ ਖੇਡਣ ਨੂੰ ਕਹਿਣ ਲੱਗਾ। ਮਾਂ ਨੇ ਮੈਨੂੰ ਉਸ ਨਾਲ ਖੇਡਣ ਨੂੰ ਕਹਿ ਦਿੱਤਾ। ਪਤਾ ਚੱਲਿਆ ਕਿ ਪਹਿਲੋਂ ਉਹ ਬਿਲਕੁਲ ਠੀਕ ਸੀ। ਉਸਦਾ ਨਾਮ ਅਮਨ ਸੀ। ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ, ਪਰ ਸਿਰ 'ਤੇ ਸੱਟ ਲੱਗਣ ਕਰਕੇ ਉਸਦੀ ਹਾਲਤ ਇਹ ਹੋ ਗਈ ਸੀ। ਅਸੀਂ ਮਾਵਾਂ ਧੀਆਂ ਉਹਨਾਂ ਦੇ ਘਰ ਰਹਿਣ ਲੱਗੀਆਂ। ਅਮਨ ਵੀ ਮੇਰੇ ਨਾਲ ਕਾਫੀ ਘੁਲ ਮਿਲ ਗਿਆ ਸੀ। ਆਂਟੀ ਨੇ ਸਾਡੀ ਮਦਦ ਕਰਕੇ ਬਹੁਤ ਵੱਡਾ ਅਹਿਸਾਨ ਕੀਤਾ ਸੀ ਸਾਡੇ 'ਤੇ। ਅਮਨ ਦੇ ਪਾਪਾ ਨਹੀਂ ਸਨ। ਕੁਝ ਸਮੇਂ ਬਾਅਦ ਆਂਟੀ ਨੇ ਇੱਕ ਅਜੀਬ ਜਿਹੀ ਫਰਮਾਇਸ਼ ਕੀਤੀ ਕਿ ਉਹ ਅਮਨ ਦਾ ਵਿਆਹ ਮੇਰੇ ਨਾਲ ਕਰਨਾ ਚਾਹੁੰਦੀ ਹੈ। ਮੇਰੀ ਮਾਂ ਨੇ ਕਿਹਾ ਕਿ ਸਾਡੀ ਮਦਦ ਦੀ ਇੰਨੀ ਵੱਡੀ ਕੀਮਤ, ਪਰ ਆਂਟੀ ਨੇ ਸ਼ਰਤ ਹੀ ਰੱਖ ਦਿੱਤੀ ਕਿ ਜੇ ਇੱਥੇ ਰਹਿਣਾ ਹੈ ਤਾਂ ਮੇਰੀ ਗੱਲ ਮੰਨ ਲਵੋ, ਨਹੀਂ ਤਾਂ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਵੋ। ਆਂਟੀ ਦੀ ਗੱਲ ਸੁਣ ਕੇ ਆਪਣੀ ਰੂਹ ਤੋਂ ਵੀ ਭਰੋਸਾ ਉੱਠ ਗਿਆ। ਮੇਰੀ ਮਾਂ ਆਂਟੀ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਪਰ ਮੈਂ ਮਾਂ ਨੂੰ ਕਿਹਾ ਕਿ ਜੇ ਆਪਾਂ ਇੱਥੋਂ ਚਲੀਆਂ ਗਈਆਂ ਤਾਂ ਫਿਰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ। ਮੇਰੇ ਫੈਸਲੇ 'ਤੇ ਮੇਰੀ ਮਾਂ ਰੋਂਦੀ ਰਹੀ ਕਿ ਮੇਰੀ ਇੱਕ ਹੀ ਧੀ ਸੀ, ਉਸਦਾ ਨਸੀਬ ਕਿਹੋ ਜਿਹਾ। ਅਸੀਂ ਰੋਂਦੀਆਂ ਰਹੀਆਂ। ਫਿਰ ਮੇਰਾ ਵਿਆਹ ਅਮਨ ਨਾਲ ਹੋ ਗਿਆ, ਪਰ ਉਸਨੂੰ ਤਾਂ ਪਤੀ ਪਤਨੀ ਦੇ ਰਿਸ਼ਤੇ ਬਾਰੇ ਕੁਝ ਪਤਾ ਹੀ ਨਹੀਂ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਕੁਝ ਸਮੇਂ ਬਾਅਦ ਮੈਂ ਮਹਿਸੂਸ ਕੀਤਾ ਕਿ ਅਮਨ ਦੀ ਹਾਲਤ ਪਹਿਲਾਂ ਨਾਲੋਂ ਸੁਧਰ ਰਹੀ ਸੀ। ਅਸੀਂ ਉਸਦਾ ਇਲਾਜ ਦੁਬਾਰਾ ਸ਼ੁਰੂ ਕੀਤਾ। ਡਾਕਟਰ ਨੂੰ ਵੀ ਪੂਰੀ ਉਮੀਦ ਸੀ ਕਿ ਅਮਨ ਜਲਦੀ ਠੀਕ ਹੋ ਜਾਵੇਗਾ। ਮੈਂ ਪੂਰਾ ਦਿਨ ਅਮਨ ਦੀ ਦੇਖਭਾਲ ਕਰਦੀ। ਮੇਰੀ ਮਿਹਨਤ ਰੰਗ ਲਿਆਈ। ਅਮਨ ਤਾਂ ਪੂਰੀ ਤਰ੍ਹਾਂ ਠੀਕ ਹੋ ਗਿਆ, ਪਰ ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋ ਗਿਆ। ਉਹ ਮੈਥੋਂ ਨਫ਼ਰਤ ਕਰਨ ਲੱਗੀ ਸੀ, ਅਮਨ ਨੂੰ ਵੀ ਭੜਕਾਉਣ ਲੱਗੀ ਸੀ। ਇਹਨਾਂ ਬੁਰੇ ਹਾਲਾਤਾਂ ਵਿੱਚ ਕਿਸਮਤ ਨੇ ਸਾਥ ਨਾ ਦਿੱਤਾ। ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ। ਸਸੁਰਾਲ ਵਾਲਿਆਂ ਨੇ ਵੀ ਕੋਈ ਸਾਥ ਨਹੀਂ ਦਿੱਤਾ ਤੇ ਮੇਰੀ ਮਾਂ ਦੁਨੀਆ ਛੱਡ ਕੇ ਚਲੀ ਗਈ। ਹੁਣ ਮੈਂ ਬਿਲਕੁਲ ਇਕੱਲੀ ਹੋ ਗਈ ਸੀ। ਸਸੁਰਾਲ ਵਿੱਚ ਰਹਿਣ ਦਾ ਟਿਕਾਣਾ ਤਾਂ ਸੀ, ਪਰ ਆਪਣਾ ਕੋਈ ਨਹੀਂ ਸੀ। ਮੇਰੀ ਮਾਂ ਦੀ ਮੌਤ ਤੋਂ ਬਾਅਦ ਸੱਸ ਦੇ ਅਤਿਆਚਾਰ ਹੋਰ ਵੀ ਵੱਧ ਗਏ। ਅਮਨ ਦਾ ਵਿਵਹਾਰ ਕੁਝ ਠੀਕ ਸੀ, ਪਰ ਉਹ ਆਪਣੀ ਮਾਂ ਦੇ ਬਹੁਤ ਜ਼ਿਆਦਾ ਮਗਰ ਲੱਗਦਾ ਸੀ। ਸਾਡਾ ਰਿਸ਼ਤਾ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਸੀ। ਫਿਰ ਇੱਕ ਦਿਨ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ, ਪਰ ਮੈਨੂੰ ਜ਼ਿਆਦਾ ਖੁਸ਼ੀ ਨਹੀਂ ਹੋਈ, ਕਿਉਂਕਿ ਘਰ ਦਾ ਜੋ ਮਾਹੌਲ ਸੀ ਉਹ ਬੱਚੇ ਲਈ ਬਿਲਕੁਲ ਵੀ ਠੀਕ ਨਹੀਂ ਸੀ। ਕਿਸੇ ਤਰ੍ਹਾਂ 9 ਮਹੀਨੇ ਗੁਜ਼ਰ ਗਏ। ਮੈਂ 2 ਜੋੜੇ ਬੱਚਿਆਂ ਨੂੰ ਜਨਮ ਦਿੱਤਾ। ਬੱਚਿਆਂ ਨੂੰ ਦੇਖ ਕੇ ਮੇਰੀ ਮਮਤਾ ਜਾਗ ਉੱਠੀ। ਬੱਚਿਆਂ ਦੇ ਜਨਮ ਤੋਂ ਬਾਅਦ ਅਮਨ ਤੇ ਉਸਦੀ ਮਾਂ ਦਾ ਰਵੱਈਆ ਵੀ ਥੋੜ੍ਹਾ ਠੀਕ ਹੋ ਗਿਆ ਸੀ। ਭਲਾ ਉਹ ਮੈਨੂੰ ਨਾ ਪੁੱਛਦੇ, ਪਰ ਬੱਚਿਆਂ ਨੂੰ ਪਿਆਰ ਕਰਦੇ ਸਨ। ਮੇਰੇ ਵਰਗੀ ਬਦਕਿਸਮਤ ਲਈ ਤਾਂ ਇਹੀ ਬਹੁਤ ਸੀ। ਸਮਾਂ ਬੀਤਦਾ ਗਿਆ। ਇੱਕ ਦਿਨ ਮੇਰੀ ਸੱਸ ਤੇ ਅਮਨ ਕਿਸੇ ਕੰਮ ਕਰਕੇ ਬਾਹਰ ਗਏ ਸਨ, ਪਰ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ। ਇਹ ਖਬਰ ਸੁਣ ਕੇ ਮੈਂ ਟੁੱਟ ਗਈ, ਕਿਉਂਕਿ ਇੱਕ ਵਾਰ ਫਿਰ ਮੇਰੀ ਦੁਨੀਆ ਬਰਬਾਦ ਹੋ ਚੁੱਕੀ ਸੀ। ਜਿਹੋ ਜਿਹੇ ਵੀ ਸੀ, ਮੇਰੇ ਬੱਚਿਆਂ ਦਾ ਸਹਾਰਾ ਸਨ। ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ ਕਿ ਹੁਣ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ। ਜਮ੍ਹਾਂ ਪੂੰਜੀ ਵੀ ਖਤਮ ਹੋ ਰਹੀ ਸੀ। ਮੈਂ ਆਪ ਤਾਂ ਭੁੱਖੀ ਰਹਿ ਲੈਂਦੀ, ਪਰ ਮਾਂ ਹੋਣ ਦੇ ਨਾਤੇ ਬੱਚਿਆਂ ਨੂੰ ਭੁੱਖਾ ਨਹੀਂ ਦੇਖ ਸਕਦੀ ਸੀ। ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਸੀ, ਪਰ ਇਕੱਲੀ ਔਰਤ ਦਾ ਕੋਈ ਸਹਾਰਾ ਨਹੀਂ ਹੁੰਦਾ। ਮੈਂ ਘਰਾਂ ਵਿੱਚ ਕੰਮ ਕਰਦੀ ਤਾਂ ਉੱਥੋਂ ਦੇ ਮਰਦਾਂ ਦੀ ਨਜ਼ਰ ਵਿੱਚ ਗੰਦਗੀ ਸਾਫ਼ ਦੇਖ ਪਾਉਂਦੀ ਸੀ। ਇੱਕ ਦਿਨ ਪਤਾ ਚੱਲਿਆ ਕਿ ਕਿਸੇ ਆਦਮੀ ਨੂੰ ਡਰਾਈਵਰ ਦੀ ਜ਼ਰੂਰਤ ਹੈ। ਮੈਂ ਗੱਡੀ ਚਲਾਉਣਾ ਤਾਂ ਪਾਪਾ ਤੋਂ ਸਿੱਖੀ ਸੀ, ਪਰ ਪਰੇਸ਼ਾਨੀ ਇਹ ਸੀ ਕਿ ਮੈਂ ਇੱਕ ਮਰਦ ਦੀ ਗੱਡੀ ਚਲਾਉਣੀ ਸੀ। ਇਸ ਲਈ ਮੈਂ ਆਪਣਾ ਹੁਲੀਆ ਬਦਲ ਲਿਆ ਤੇ ਇੱਕ ਮਰਦ ਬਣ ਗਈ। ਹੁਣ ਹਰ ਕੋਈ ਮੈਨੂੰ ਮਰਦ ਹੀ ਸਮਝਦਾ। ਮੈਂ ਉਸ ਆਦਮੀ ਦੀ ਗੱਡੀ ਚਲਾਉਣ ਲੱਗੀ। ਉਸ ਆਦਮੀ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ, ਕਿਉਂਕਿ ਉਸਦੀ ਨਜ਼ਰ ਵਿੱਚ ਮੈਂ ਇੱਕ ਆਦਮੀ ਸੀ। ਉਹ ਮੇਰੇ ਨਾਲ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਸ਼ੇਅਰ ਕਰਦਾ ਸੀ। ਫਿਰ ਇੱਕ ਦਿਨ ਉਸਨੇ ਮੈਨੂੰ ਉਸ ਕੁੜੀ ਦੀ ਤਸਵੀਰ ਦਿਖਾਈ ਜਿਸ ਨੂੰ ਉਹ ਪਿਆਰ ਕਰਦਾ ਸੀ। ਇਸ ਲਈ ਉਸਨੇ ਹਜੇ ਤੱਕ ਵਿਆਹ ਨਹੀਂ ਕਰਵਾਇਆ ਸੀ, ਪਰ ਉਸ ਕੁੜੀ ਦੀ ਤਸਵੀਰ ਦੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ, ਕਿਉਂਕਿ ਉਹ ਤਾਂ ਮੇਰੀ ਹੀ ਤਸਵੀਰ ਸੀ। ਉਸ ਆਦਮੀ ਕੋਲ ਕਿਸ ਤਰ੍ਹਾਂ ਪਹੁੰਚੀ, ਉਹ ਮੈਨੂੰ ਕਿਸ ਤਰ੍ਹਾਂ ਜਾਣਦਾ ਸੀ। ਮੇਰੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ, ਕਿਉਂਕਿ ਉਹ ਤਾਂ ਬਹੁਤ ਅਮੀਰ ਆਦਮੀ ਸੀ। ਫਿਰ ਉਹ ਦੱਸਣ ਲੱਗਿਆ ਕਿ ਪਹਿਲਾਂ ਉਹ ਇੱਕ ਗੈਂਗ ਦਾ ਹਿੱਸਾ ਸੀ ਜੋ ਕੁੜੀਆਂ ਤੇ ਬੱਚਿਆਂ ਨੂੰ ਅਗਵਾ ਕਰਦਾ ਸੀ। ਇਹਨਾਂ ਵਿੱਚੋਂ ਹੀ ਇੱਕ ਕੁੜੀ ਨਾਲ ਮੈਨੂੰ ਪਿਆਰ ਹੋ ਗਿਆ, ਪਰ ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਉੱਥੋਂ ਬਾਹਰ ਕੱਢਦਾ, ਮੈਨੂੰ ਪੁਲਿਸ ਨੇ ਫੜ ਲਿਆ। ਇਸ ਤਰ੍ਹਾਂ ਮੈਂ ਉਸ ਤੋਂ ਦੂਰ ਹੋ ਗਿਆ। ਜਦੋਂ ਤੱਕ ਮੈਂ ਬਾਹਰ ਆਇਆ, ਉਹ ਸਭ ਲੋਕ ਉੱਥੋਂ ਫਰਾਰ ਹੋ ਚੁੱਕੇ ਸਨ। ਮੈਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਯਾਦਾਂ ਤੋਂ ਬਿਨਾਂ ਮੇਰੇ ਕੋਲ ਕੁਝ ਨਾ ਰਿਹਾ। ਮੈਂ ਇੱਥੇ ਆਪਣਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਮੈਂ ਕਾਮਯਾਬ ਹੋਇਆ। ਫਿਰ ਮੈਂ ਉਸ ਆਦਮੀ ਨੂੰ ਆਪਣੀ ਸੱਚਾਈ ਦੱਸ ਦਿੱਤੀ, ਕਿਉਂਕਿ ਇਹ ਤਾਂ ਉਹੀ ਆਦਮੀ ਸੀ ਜਿਸ ਨਾਲ ਨਸ਼ੇ ਦੀ ਹਾਲਤ ਵਿੱਚ ਮੈਂ ਗੱਲਾਂ ਕਰਿਆ ਕਰਦੀ ਸੀ। ਪਰ ਮੈਂ ਹੈਰਾਨ ਸੀ ਕਿ ਉਹ ਇੰਨੇ ਸਾਲਾਂ ਤੋਂ ਮੇਰਾ ਇੰਤਜ਼ਾਰ ਕਰ ਰਿਹਾ ਸੀ। ਮੈਂ ਉਸਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ। ਉਸਨੇ ਮੈਨੂੰ ਮੇਰੇ ਬੱਚਿਆਂ ਸਮੇਤ ਅਪਣਾ ਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਦੁੱਖ ਦੇਖੇ ਸਨ, ਉਸਨੇ ਆ ਕੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ। ਹੁਣ ਮੈਂ ਆਪਣੇ ਪਤੀ ਪਵਨ ਤੇ ਬੱਚਿਆਂ ਨਾਲ ਇੱਕ ਚੰਗੀ ਜ਼ਿੰਦਗੀ ਗੁਜ਼ਾਰ ਰਹੀ ਹਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।